ਹੈਲੋ ਦੋਸਤੋ, ਅੱਜ ਆਪਾਂ ਇੰਡੀਅਨ ਪੋਲਿਟੀ ਵਿੱਚ ਪੰਚਾਇਤੀ ਰਾਜ ਅਤੇ ਨਗਰਪਾਲਿਕਾ ਬਾਰੇ ਪੜ੍ਹਾਂਗੇ ਜੀ। ਆਪਾਂ ਫੁੱਲ ਡਿਟੇਲ ਦੇ ਵਿੱਚ ਕਰਾਂਗੇ ਜੀ ਇਹਨੂੰ ਟੌਪਿਕ ਨੂੰ। ਜੇ ਤੁਹਾਨੂੰ ਕੋਈ ਵੀ MCQ ਕਿਸੇ ਵੀ ਐਗਜ਼ਾਮ ਦੇ ਅੰਦਰ ਆ ਸਕਦਾ ਜੀ, ਤਾਂ ਤੁਸੀਂ ਆਰਾਮ ਨਾਲ ਆਨਸਰ ਦੇ ਸਕਦੇ ਹੋ ਜੀ ਇਹਦਾ। ਜਿੱਦਾਂ ਸਟੇਟ ਗੌਰਮੈਂਟ ਐਗਜ਼ਾਮ ਹੋ ਗਏ ਜੀ ਜਾਂ ਸੈਂਟਰ ਦੇ ਐਗਜ਼ਾਮ ਹੋ ਗਏ ਜੀ, ਉਹਨਾਂ ਵਿੱਚ ਇਹ ਟੌਪਿਕ ਬਹੁਤ ਹੀ ਇੰਪੋਰਟੈਂਟ ਆ ਅਤੇ ਇਹਦੇ ਵਿੱਚ 1 ਜਾਂ 2 ਸਵਾਲ ਆਏ ਰਹਿੰਦੇ ਨੇ। ਇਸ ਕਰਕੇ ਟੌਪਿਕ ਨੂੰ ਤੁਸੀਂ ਛੱਡਣਾ ਨਹੀਂ ਆ ਅਤੇ ਇਹ ਛੋਟਾ ਜਿਹਾ ਟੌਪਿਕ ਆ, ਆਰਾਮ ਨਾਲ ਤੁਸੀਂ ਕਰ ਸਕਦੇ ਹੋ। ਆਪਾਂ ਇਹਦੇ ਨਾਲ ਸੰਬੰਧਿਤ ਜਿੰਨੇ ਵੀ ਆਰਟੀਕਲ ਆ ਜਾਂ ਇਨਫੋਰਮੇਸ਼ਨ ਆ ਜੀ, ਉਹ ਆਪਾਂ ਕਲੈਕਟ ਕਰਾਂਗੇ ਅਤੇ ਇਹਦੇ ਵਿੱਚੋਂ ਹੀ ਤੁਹਾਨੂੰ ਸਵਾਲ ਬਣਨਾ। ਇਸ ਤੋਂ ਇਲਾਵਾ ਤੁਹਾਨੂੰ ਬਾਹਰੋਂ ਕੋਈ ਵੀ ਕੁਐਸਚਨ ਵਗੈਰਾ ਨਹੀਂ ਹੋਣਾ, ਠੀਕ ਆ ਜੀ। ਤਾਂ ਬਸ ਸ਼ੁਰੂ ਕਰਦੇ ਹਾਂ। ਪਹਿਲਾਂ ਪੰਚਾਇਤੀ ਰਾਜ ਸ਼ੁਰੂ ਕਰਦੇ ਹਾਂ ਜੀ। ਪੰਚਾਇਤੀ ਰਾਜ ਭਾਗ 9 ਵਿੱਚ ਉਲੇਖ ਆ ਜੀ। ਇਹ ਆ ਕਿ ਇੱਕ ਅਨੁਸੂਚੀਆਂ ਹੁੰਦੀਆਂ ਨੇ, ਇੱਕ ਭਾਗ ਹੁੰਦਾ ਵਾ। ਇਹ ਭਾਗ 9 ਦੇ ਵਿੱਚ ਉਲੇਖ ਆ ਜੀ ਅਤੇ ਅਨੁਸੂਚੀ ਆ ਜੀ ਇਹ 11, ਠੀਕ ਆ ਜੀ। ਅਤੇ 11ਵੀਂ ਅਨੁਸੂਚੀ ਨੂੰ 73ਵੇਂ ਸੋਧ 1992 ਰਾਹੀਂ ਸ਼ਾਮਿਲ ਕੀਤਾ ਗਿਆ, ਮਤਲਬ ਕਿ ਜੋੜਿਆ ਗਿਆ ਜੀ। ਕਿਉਂਕਿ ਜਿਹੜਾ 1992 ਆ ਜੀ, ਇਹ ਸਾਲ ਹੁੰਦਾ ਵਾ ਕਿ ਜਿਸ ਵਿੱਚ ਇਹ ਸੋਧ ਕੀਤੀ ਗਈ ਹੁੰਦੀ ਆ ਜੀ। ਅਤੇ 73ਵਾਂ ਸੋਧ ਆ ਜੀ ਇਹ। ਅਤੇ ਬਲਵੰਤ ਰਾਏ ਮਹਿਤਾ ਕਮੇਟੀ ਦੀ ਸਿਫਾਰਿਸ਼ ਨਾਲ ਮਤਲਬ ਕਿ ਭਾਰਤ ਵਿੱਚ ਪੰਚਾਇਤੀ ਰਾਜ ਨੂੰ ਲਾਗੂ ਕੀਤਾ ਗਿਆ ਜੀ। ਕਿਉਂਕਿ ਵੈਸੇ ਜਿਹੜਾ ਸੰਵਿਧਾਨਕ ਦਰਜਾ ਸੀ ਉਹ ਤਾਂ ਬਾਅਦ ਵਿੱਚ ਦਿੱਤਾ ਗਿਆ ਸੀ, ਪਹਿਲਾਂ ਲਾਗੂ ਕੀਤਾ ਗਿਆ ਸੀ ਜੀ 1957 ਵਿੱਚ ਬਲਵੰਤ ਰਾਏ ਮਹਿਤਾ ਦੀ ਕਮੇਟੀ ਨਾਲ। ਅਤੇ 3 ਪੱਧਰੀ ਪੰਚਾਇਤੀ ਰਾਜ ਦੀ ਸਿਫਾਰਿਸ਼ ਕੀਤੀ ਸੀ ਜੀ। ਗ੍ਰਾਮ ਪੰਚਾਇਤ ਜਿਹੜੀ ਪਿੰਡ ਲੈਵਲ 'ਤੇ ਹੋਵੇ ਜੀ, ਮਤਲਬ ਕਿ ਪਿੰਡ ਪੱਧਰ 'ਤੇ, ਅਤੇ ਇੱਕ ਪੰਚਾਇਤ ਸਮਿਤੀ ਬਲਾਕ ਪੱਧਰ 'ਤੇ, ਜ਼ਿਲ੍ਹਾ ਪਰਿਸ਼ਦ ਜ਼ਿਲ੍ਹਾ ਪੱਧਰ 'ਤੇ। ਅਤੇ ਪੰਚਾਇਤ ਸਮਿਤੀ ਕਾਰਜਕਾਰੀ ਸੰਸਥਾ ਹੁੰਦੀ ਹੈ ਕਿ ਜਦੋਂ ਕਿ ਜ਼ਿਲ੍ਹਾ ਪ੍ਰੀਸ਼ਦ ਸਲਾਹਕਾਰ, ਤਾਲਮੇਲ ਅਤੇ ਸੁਪਰਵਾਈਜ਼ਰੀ ਸੰਸਥਾ ਹੁੰਦੀ ਹੈ। ਅਤੇ ਜ਼ਿਲ੍ਹਾ ਕਲੈਕਟਰ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੁੰਦਾ, ਜਿਹਨੂੰ DC ਵਗੈਰਾ ਕਹਿੰਦੇ ਆ ਜੀ। ਅਤੇ ਰਾਜਸਥਾਨ ਪੰਚਾਇਤੀ ਰਾਜ ਲਾਗੂ ਕਰਨ ਵਾਲਾ ਪਹਿਲਾ ਰਾਜ ਆ ਜੀ। ਕਿ ਸਭ ਤੋਂ ਪਹਿਲਾਂ ਜਿਹੜਾ ਪੰਚਾਇਤੀ ਰਾਜ ਲਾਗੂ ਹੋਇਆ ਜੀ ਉਹ ਰਾਜਸਥਾਨ ਦੇ ਵਿੱਚ ਹੋਇਆ ਸੀ 2 ਅਕਤੂਬਰ 1959 ਨੂੰ। ਅਤੇ ਇਹ ਯੋਜਨਾ ਜਿਹੜੀ ਮਤਲਬ ਕਿ ਲਾਗੂ ਕੀਤੀ ਗਈ ਸੀ ਪੰਚਾਇਤੀ ਰਾਜ ਦੀ, ਇਹ ਮਤਲਬ ਕਿ ਪ੍ਰਧਾਨ ਮੰਤਰੀ ਨੇ ਕੀਤੀ ਸੀ ਜੀ ਨਗੌਰ ਜ਼ਿਲ੍ਹੇ ਵਿੱਚ, ਕਿਉਂਕਿ ਜ਼ਿਲ੍ਹਾ ਵੀ ਪੁੱਛਿਆ ਜਾਂਦਾ ਜੀ। ਅਤੇ ਰਾਜਸਥਾਨ ਤੋਂ ਬਾਅਦ ਮਤਲਬ ਕਿ ਪੰਚਾਇਤੀ ਰਾਜ ਲਾਗੂ ਜਿਹਨੇ ਕੀਤਾ ਜੀ ਉਹ ਆਂਧਰਾ ਪ੍ਰਦੇਸ਼ ਨੇ ਕੀਤਾ ਜੀ। ਅਤੇ ਸੰਵਿਧਾਨਕ ਜੋ ਦਰਜਾ ਦਿੱਤਾ ਗਿਆ ਸੀ ਜਦੋਂ ਮਤਲਬ ਕਿ 11ਵੀਂ ਅਨੁਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ ਜੀ ਪੰਚਾਇਤੀ ਰਾਜ ਨੂੰ। ਉਸ ਤੋਂ ਬਾਅਦ ਜਿਹੜਾ ਪਹਿਲਾ ਰਾਜ ਬਣਿਆ ਸੀ ਉਹ ਕਰਨਾਟਕ ਆ ਜੀ। ਅਤੇ ਵਰਤਮਾਨ ਵਿੱਚ ਮਤਲਬ ਕਿ ਨਾਗਾਲੈਂਡ, ਮੇਘਾਲਿਆ, ਮਿਜ਼ੋਰਮ ਵਿੱਚ ਪੰਚਾਇਤੀ ਰਾਜ ਨਹੀਂ ਆ ਜੀ। ਅਤੇ ਜੋ ਸਭ ਤੋਂ ਪਹਿਲਾਂ ਮਤਲਬ ਕਿ 11 ਰਾਜਾਂ ਵਿੱਚ ਪੰਚਾਇਤੀ ਚੋਣਾਂ ਹੋਈਆਂ ਸੀ ਜੀ, ਇਹ ਗੱਲ ਨੂੰ ਧਿਆਨ ਰੱਖਣਾ ਜੀ, ਕਿਉਂਕਿ ਟੋਟਲ ਪੁੱਛਦੇ ਕਿੰਨੀਆਂ ਹੋਈਆਂ ਵਾ। ਅਤੇ ਅਸ਼ੋਕ ਮਹਿਤਾ ਕਮੇਟੀ ਆ ਜੀ 1977 ਵਿੱਚ ਮਤਲਬ ਕਿ ਪੰਚਾਇਤੀ ਰਾਜ ਦੀ 2 ਪੱਧਰੀ ਪ੍ਰਣਾਲੀ ਦੀ ਸਿਫਾਰਿਸ਼ ਕੀਤੀ ਸੀ ਕਿ 3 ਪੱਧਰੀ ਨਾ ਕੀਤੀ ਜਾਵੇ, 2 ਪੱਧਰੀ ਕਰ ਦਿੱਤੀ ਜਾਵੇ। ਇਹਨੂੰ ਵੀ ਧਿਆਨ ਰੱਖਣਾ ਵਾ ਕਿ ਕਿਹੜੀ ਕਮੇਟੀ ਸੀ ਜਿਹਨੇ 2 ਪੱਧਰੀ ਦੀ ਸਿਫਾਰਿਸ਼ ਕੀਤੀ ਸੀ ਜੀ ਕਮੇਟੀ ਦੀ। ਅਤੇ ਹੈਗਾ ਜੀ ਗਡਗਿਲ ਕਮੇਟੀ ਆ ਜੀ 1988 ਵਿੱਚ। ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਕ ਰੁਤਬਾ ਦਿੱਤਾ ਜਾਣਾ ਚਾਹੀਦਾ ਜੀ, ਇਸ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਜੀ। ਅਤੇ ਪੁੱਛ ਸਕਦੇ ਆ ਕਿ ਜਦੋਂ ਪੰਚਾਇਤੀ ਰਾਜ ਨੂੰ ਸੰਵਿਧਾਨਕ ਸੰਸਥਾ ਦਾ ਰੁਤਬਾ ਦਿੱਤਾ ਜਾਣਾ ਚਾਹੀਦਾ, ਇਹ ਕਿਹੜੀ ਕਮੇਟੀ ਦੀ ਸਿਫਾਰਿਸ਼ ਸੀ ਜੀ? ਇਹ ਗਡਗਿਲ ਕਮੇਟੀ ਦੀ ਸੀ। ਅਤੇ ਉਹ ਤੋਂ ਬਾਅਦ ਆ ਜੀ ਰਾਜੀਵ ਗਾਂਧੀ ਸਰਕਾਰ ਨੇ ਮਤਲਬ ਕਿ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਕ ਬਣਾਉਣ ਲਈ ਜੁਲਾਈ 1984 ਵਿੱਚ 64ਵਾਂ ਸੰਵਿਧਾਨ ਸੋਧ ਬਿੱਲ ਪੇਸ਼ ਕੀਤਾ। ਅਤੇ ਲੋਕ ਸਭਾ ਨੇ ਅਗਸਤ 1999 ਵਿੱਚ ਇਸ ਬਿੱਲ ਨੂੰ ਪਾਸ ਕਰ ਦਿੱਤਾ, ਪਰ ਰਾਜ ਸਭਾ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ। ਮਤਲਬ ਕਿ ਲੋਕ ਸਭਾ ਵਿੱਚੋਂ ਪਾਸ ਹੋ ਗਿਆ ਸੀ, ਪਰ ਰਾਜ ਸਭਾ ਨੇ ਇਸ ਨੂੰ ਮਤਲਬ ਕਿ ਨਾ ਕਰਤੀ ਸੀ, ਇਸ ਕਰਕੇ ਬਿੱਲ ਕੈਂਸਲ ਹੋ ਗਿਆ ਸੀ। ਅਤੇ ਉਦੋਂ ਸੰਵਿਧਾਨਕ ਸੋਧ ਨੇ ਦੂਜਾ ਦਰਜਾ ਨਹੀਂ ਦਿੱਤਾ ਗਿਆ ਸੀ। ਅਤੇ ਬਾਅਦ ਵਿੱਚ PV ਨਰਸਿਮਹਾ ਰਾਓ ਸੀ ਜੀ ਪ੍ਰਧਾਨ ਮੰਤਰੀ। ਫਿਰ ਉਹਨਾਂ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਨੇ ਮਤਲਬ ਕਿ ਪੰਚਾਇਤੀ ਰਾਜ ਨੂੰ ਸੰਵਿਧਾਨਕ ਦਰਜਾ ਦੇਣ ਦਾ ਮਤਲਬ ਕਿ ਨਿਰਣਾ ਕੀਤਾ। ਫਿਰ ਉਹਨਾਂ ਨੇ ਬਿੱਲ ਪੇਸ਼ ਕੀਤਾ ਸੀ ਜੀ ਸਤੰਬਰ 1991 ਵਿੱਚ 72ਵਾਂ ਸੰਵਿਧਾਨਕ ਸੋਧ ਬਿੱਲ ਪੇਸ਼ ਕੀਤਾ। ਅਤੇ ਇਹ ਬਿੱਲ ਅਖੀਰ 73ਵੇਂ ਸੰਵਿਧਾਨਕ ਐਕਟ 1992 ਵਜੋਂ ਸਾਹਮਣੇ ਆਇਆ ਅਤੇ 24 ਅਪ੍ਰੈਲ 1973 ਨੂੰ ਲਾਗੂ ਕੀਤਾ ਗਿਆ। ਅਤੇ ਪੰਚਾਇਤੀ ਰਾਜ ਜਿਹੜਾ ਐਕਟ ਵਾਲਾ ਜੀ ਇਹ ਕਦੋਂ ਲਾਗੂ ਹੋਇਆ ਸੀ? 24 ਅਪ੍ਰੈਲ 1993 ਬੋਲਿਆ ਗਿਆ, ਸੌਰੀ ਗਲਤੀ ਦੀ ਮਾਫੀ ਚਾਹੁੰਦਾ ਜੀ। ਅਤੇ 24 ਅਪ੍ਰੈਲ 1993 ਨੂੰ ਲਾਗੂ ਕੀਤਾ ਗਿਆ। ਅਤੇ ਨਗਰਪਾਲਿਕਾ ਦਾ ਵੀ ਆਉਣਾ ਜੀ, ਉਹ ਕਦੋਂ ਲਾਗੂ ਗਿਆ ਉਹ ਵੀ ਤੁਹਾਨੂੰ ਦੱਸਾਂਗੇ ਡੇਟ, ਅਤੇ ਡੇਟ ਤੁਹਾਨੂੰ ਯਾਦ ਹੋਣੀ ਚਾਹੀਦੀ ਆ ਜੀ। ਅਤੇ ਪੰਚਾਇਤੀ ਰਾਜ ਦੇ ਆਰਟੀਕਲ ਆ ਜੀ 243 ਤੋਂ ਲੈ ਕੇ 243 ਤੱਕ। ਅਤੇ ਪੰਚਾਇਤੀ ਰਾਜ ਦੀ 11ਵੀਂ ਸੂਚੀ ਵਿੱਚ ਜੀ 29 ਕਾਰਜਸ਼ੀਲ ਵਸਤੂਆਂ ਦਾ ਮਤਲਬ ਕਿ ਵਿਸ਼ੇ ਆ ਜੀ 29। ਅਤੇ ਅਨੁਛੇਦ 243 ਜੀ ਨਾਲ ਸੰਬੰਧਿਤ ਹੈ ਜੀ। ਅਤੇ ਇਹ ਐਕਟ ਨੂੰ ਸੰਵਿਧਾਨਕ ਅਨੁਛੇਦ 40 ਨੂੰ ਅਮਲੀ ਰੂਪ ਦਿੱਤਾ ਗਿਆ, ਮਤਲਬ ਕਿ ਨੀਤੀ ਨਿਰਦੇਸ਼ਕ ਤੱਤ ਦੇ ਵਿੱਚ ਆਰਟੀਕਲ ਜਿਹੜਾ 40 ਆ ਜੀ ਉਹ ਵੀ ਪੰਚਾਇਤੀ ਰਾਜ ਬਾਰੇ ਹੀ ਦੱਸਦਾ ਵਾ। ਅਤੇ ਉਹਨੂੰ ਮਤਲਬ ਕਿ ਇੱਕ ਕਿਉਂਕਿ ਨੀਤੀ ਨਿਰਦੇਸ਼ਕ ਨੂੰ ਆਪਾਂ ਸੰਵਿਧਾਨਿਕ ਦਰਜਾ ਨਹੀਂ ਆ ਕਿ ਆਪਾਂ ਉਹਦੀ ਕੋਈ ਅਪੀਲ ਵਗੈਰਾ ਨਹੀਂ ਕਿਸੇ ਕੋਰਟ ਦੇ ਵਿੱਚ ਕਰ ਸਕਦੇ, ਉਹ ਮੰਨਣੀ ਜਾਂ ਨਹੀਂ ਮੰਨਣੀ ਰਾਜ 'ਤੇ ਡਿਪੈਂਡ ਆ ਜੀ। ਵੈਸੇ ਰਾਜ ਸੂਚੀ ਦਾ ਹੀ ਪੰਚਾਇਤ ਵਿਸ਼ਾ ਜੀ, ਇਹ ਗੱਲ ਨੂੰ ਧਿਆਨ ਰੱਖਣਾ ਜੀ। ਫਿਰ ਮਤਲਬ ਕਿ ਹੁਣ ਸੰਵਿਧਾਨਿਕ ਦਰਜਾ ਦੀ ਪੰਚਾਇਤੀ ਰਾਜ ਨੂੰ।
ਤੇ 3 ਪੱਧਰੀ ਪੰਚਾਇਤ ਹੁੰਦੀਆਂ ਜੀ ਪ੍ਰਣਾਲੀ ਦੀ ਕੀ ਹੁੰਦੀ ਉਹਦੇ ਬਾਰੇ ਆਪਾਂ ਦੇਖਦੇ ਹਾਂ ਜੀ। ਤੇ ਮਤਲਬ ਕਿ ਲੋਕਾਂ ਦੁਆਰਾ ਚੁਣੇ ਜਾਂਦੇ ਆ ਜੀ, ਜਿੱਦਾਂ ਸਰਪੰਚ ਵਗੈਰਾ ਹੋ ਗਿਆ ਜੀ। ਇਹਦੇ ਬਾਰੇ ਤਾਂ ਤੁਹਾਨੂੰ ਹੁਣ ਕਲੀਅਰਲੀ ਜ਼ਿਆਦਾ ਹੋ ਗਿਆ ਹੋਊਗਾ। ਤੇ ਜਿਹੜੀ ਮੈਂਬਰਾਂ ਦੀ ਗਿਣਤੀ ਆ ਜੀ 5 ਤੋਂ 31 ਹੋ ਸਕਦੀ ਆ, ਕਿਉਂਕਿ ਜਿਹੜੇ ਪੰਚਾਇਤੀ ਮੈਂਬਰ ਹੁੰਦੇ ਆ ਜੀ। ਤੇ ਰਾਖਵਾਂਕਰਨ ਦਿੱਤਾ ਜਾਂਦਾ ਤੇ ਔਰਤਾਂ ਨੂੰ 1/3, ਕਿਉਂਕਿ ਨਗਰਪਾਲਿਕਾ ਤੇ ਪੰਚਾਇਤੀ ਰਾਜ ਵਿੱਚ 1/3 ਰਾਖਵਾਂਕਰਨ ਔਰਤਾਂ ਲਈ ਰੱਖਿਆ ਗਿਆ ਵਾ ਤੇ ਅਨੁਸੂਚਿਤ ਕਬੀਲਿਆਂ ਵਗੈਰਾ ਲਈ ਵੀ ਰੱਖਿਆ ਗਿਆ ਵਾ। ਤੇ ਬਲਾਕ ਸੰਮਤੀ ਦੀ ਗੱਲ ਕਰਦੇ ਹਾਂ ਜੀ, ਇਹ ਸਿੱਧੇ ਤੌਰ 'ਤੇ ਨਹੀਂ, ਅਸਿੱਧੇ ਤੌਰ 'ਤੇ 5 ਸਾਲਾਂ 'ਚ ਚੁਣੇ ਜਾਂਦੇ ਆ ਜੀ। ਤੇ 20 ਤੋਂ ਲੈ ਕੇ 60 ਪਿੰਡ ਤੱਕ ਇਸ ਬਲਾਕ ਦੇ ਵਿੱਚ ਪਿੰਡ ਹੁੰਦੇ ਆ ਜੀ। ਮਤਲਬ ਕਿ ਜਿੱਦਾਂ 20 ਤੋਂ 60 ਪਿੰਡਾਂ ਨੂੰ ਮਿਲਾ ਕੇ ਇੱਕ ਬਲਾਕ ਬਣਦਾ ਜੀ, ਉਸ ਨੂੰ ਬਲਾਕ ਸੰਮਤੀ ਕਿਹਾ ਜਾਂਦਾ ਜੀ। ਤੇ ਮਤਲਬ ਕਿ ਗ੍ਰਾਮ ਪੰਚਾਇਤ ਅਤੇ ਜ਼ਿਲ੍ਹਾ ਪ੍ਰੀਸ਼ਦ ਵਿੱਚ ਤਾਲਮੇਲ ਬਣਾ ਕੇ ਰੱਖਦਾ, ਮਤਲਬ ਕਿ ਇੱਕ ਵਿਚੋਲੇ ਦਾ ਕੰਮ ਕਰਦਾ ਜੀ। ਜ਼ਿਲ੍ਹਾ ਪ੍ਰੀਸ਼ਦ ਆ, ਇਸ ਬਾਰੇ ਗੱਲ ਕਰਦੇ ਹਾਂ ਜੀ। ਪੰਚਾਇਤੀ ਰਾਜ ਦੀ ਸਭ ਤੋਂ ਉੱਪਰਲੀ ਪੱਧਰ ਦੀ ਸੰਸਥਾ ਜੀ। ਇਸ ਦੀ ਮਿਆਦ 5 ਸਾਲ ਦੀ ਹੁੰਦੀ ਹੈ। MP MLA ਵੀ ਇਸ ਦੇ ਮੈਂਬਰ ਹੁੰਦੇ ਆ ਜੀ। ਇਸ ਦੇ ਮੈਂਬਰ ਇਹਦੇ ਸਿੱਧੇ ਚੁਣੇ ਗਏ ਮੈਂਬਰਾਂ ਵਿੱਚੋਂ ਇੱਕ ਹੁੰਦਾ ਜੀ ਇਹ ਚੇਅਰਮੈਨ, ਅਤੇ ਇਹਨੂੰ DC ਕਿਹਾ ਜਾਂਦਾ ਜੀ। ਜ਼ਿਲ੍ਹਾ ਕਲੈਕਟਰ ਵੀ ਕਹਿੰਦੇ ਆ ਇਹਨੂੰ, ਅਤੇ ਵੈਸੇ DC ਛੋਟੇ ਫਾਰਮ 'ਚ ਕਹਿੰਦੇ ਆ, ਪਰ ਤੁਹਾਨੂੰ ਜਿਹੜਾ ਪੇਪਰ ਦੇ ਵਿੱਚ ਤੁਹਾਨੂੰ DC ਨਹੀਂ ਆਉਣਾ, ਜ਼ਿਲ੍ਹਾ ਕਲੈਕਟਰ ਆਉਣਾ ਜੀ। ਇਹ ਗੱਲ ਨੂੰ ਧਿਆਨ ਰੱਖਣਾ। ਅਤੇ ਆਪਾਂ ਆਰਟੀਕਲ ਦੇਖਦੇ ਹਾਂ ਜੀ। 243 ਆਰਟੀਕਲ ਦੱਸਦਾ ਜੀ ਪੰਚਾਇਤੀ ਰਾਜ ਦੀ ਪਰਿਭਾਸ਼ਾ ਬਾਰੇ। ਆਰਟੀਕਲ 243A ਦੱਸਦਾ ਜੀ, ਜਿਹਨੂੰ ਊੜਾ ਵੀ ਕਹਿ ਦਿੰਦੇ ਆ ਜੀ। ਜੇ ਤੁਹਾਨੂੰ ਪੰਜਾਬੀ ਦਿੱਤਾ ਗਿਆ ਹੋਊਗਾ ਜੀ ABC ਨੂੰ ਊੜਾ ਐੜਾ ਬਣਾ ਲਿਓ ਜੀ, ਜਿੱਦਾਂ A ਨੂੰ ਊੜਾ, B ਨੂੰ ਐੜਾ, ਠੀਕ ਆ ਜੀ, ਇੱਦਾਂ ਬਣਾ ਲਿਓ ਤੁਸੀਂ। ਅਤੇ ਮੈਂ ਫਿਰ ਅੰਗਰੇਜ਼ੀ ਦੇ ਵਿੱਚ ਦੱਸੇ ਹੋਏ ਸੀ, ਤੁਹਾਨੂੰ ਨਾਲ ਮੈਂ ਪਾਉਣ ਦਾ ਮਤਲਬ ਤਾਂ ਸੀ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਜੇ ਤੁਹਾਨੂੰ ਊੜਾ ਵੀ ਆਵੇ ਤਾਂ ਕਨਫਿਊਜ਼ ਨਾ ਹੋਵੋ, ਠੀਕ ਆ ਜੀ। ਆਰਟੀਕਲ 243A ਦੱਸਦਾ ਜੀ ਗ੍ਰਾਮ ਸਭਾ ਬਾਰੇ। ਆਰਟੀਕਲ 243B ਦੱਸਦਾ ਪੰਚਾਇਤਾਂ ਦੇ ਗਠਨ ਬਾਰੇ। ਆਰਟੀਕਲ 243C ਦੱਸਦਾ ਜੀ ਪੰਚਾਇਤਾਂ ਦੀ ਰਚਨਾ ਬਾਰੇ। ਆਰਟੀਕਲ D ਦੱਸਦਾ ਜੀ 243D ਸੀਟਾਂ ਦਾ ਰਾਖਵਾਂਕਰਨ। ਮਤਲਬ ਕਿ ਸਾਰਿਆਂ ਦੇ ਹੀ ਆਰਟੀਕਲ 243 ਆ ਜੀ, ਨਗਰਪਾਲਿਕਾ ਦੇ ਵੀ 243 ਆ, ਬਸ ਤੁਸੀਂ ਅਗਲੇ D E ਉਹ ਯਾਦ ਰੱਖਣੇ ਆ। ਆਰਟੀਕਲ ਜਿਹੜਾ 243D ਸੀਟਾਂ ਦਾ ਰਾਖਵਾਂਕਰਨ ਬਾਰੇ ਦੱਸਦਾ ਵਾ। ਆਰਟੀਕਲ 243E ਪੰਚਾਇਤਾਂ ਦੀ ਮਿਆਦ ਬਾਰੇ, ਮਤਲਬ ਕਿ ਕਿੰਨਾ ਸਮਾਂ ਤੱਕ ਰਹਿਣਗੀਆਂ, ਜਿਹੜਾ 5 ਸਾਲ ਤੱਕ ਹੁੰਦੀਆਂ। ਆਰਟੀਕਲ 243F ਦੱਸਦਾ ਕਿ ਮੈਂਬਰਸ਼ਿਪ ਲਈ ਨਾ ਕਾਬਲੀਅਤ, ਮਤਲਬ ਕਿ ਕਿਹੜੀ ਚੀਜ਼ ਉਹਨਾਂ ਵਿੱਚ ਨਹੀਂ ਹੋਣੀ ਚਾਹੀਦੀ, ਉਹ ਬਾਰੇ ਦੱਸਦਾ ਵਾ। ਆਰਟੀਕਲ 243G ਦੱਸਦਾ ਕਿ ਪੰਚਾਇਤਾਂ ਦੀਆਂ ਸ਼ਕਤੀਆਂ ਬਾਰੇ, ਅਥਾਰਟੀ ਬਾਰੇ ਦੱਸਦਾ ਜੀ। ਆਰਟੀਕਲ 243H ਦੱਸਦਾ ਕਿ ਪੰਚਾਇਤਾਂ ਦੁਆਰਾ ਕਰ ਲੈਣ ਦੀ ਸ਼ਕਤੀ ਅਤੇ ਉਹਨਾਂ ਦੇ ਫੰਡ, ਮਤਲਬ ਕਿ ਕੋਈ ਫੰਡ ਵਗੈਰਾ ਨਹੀਂ ਲਾ ਸਕਦੇ ਆ ਜੀ, ਕੋਈ ਕਰ ਲੈ ਸਕਦੇ ਕਿਸੇ ਦਾ, ਕਿ ਜਿੱਦਾਂ ਮਤਲਬ ਚੁੰਗੀ ਵਗੈਰਾ ਵੀ ਲਾ ਸਕਦੇ ਆ, ਕਿ ਜੇ ਮਤਲਬ ਉਹਨਾਂ ਨੂੰ ਪੈਸੇ ਇਕੱਠੇ ਹੋ ਜਾਣ ਕਿ ਉਹ ਪਿੰਡ ਦਾ ਵਿਕਾਸ ਕਰ ਦੇਣ ਵਗੈਰਾ, ਗ੍ਰਾਹੀ ਵਗੈਰਾ ਵੀ ਕਰ ਸਕਦੇ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਅਤੇ ਆਰਟੀਕਲ 243 ਆਈ ਆ ਜੀ, ਇਹ ਰਾਜਪਾਲ ਮਤਲਬ ਕਿ ਵਿੱਤ ਕਮਿਸ਼ਨ ਦਾ ਗਠਨ ਕਰਦਾ ਜੀ, ਉਹਦੇ ਬਾਰੇ ਦੱਸਦਾ ਜੀ। ਜੇ ਮਤਲਬ ਕਿਤੋਂ ਕੋਈ ਇੱਦਾਂ ਦੀ ਸਥਿਤੀ ਪੈਦਾ ਹੋ ਜਾਂਦੀ ਆ ਕਿ ਜਿਹਦੇ ਵਿੱਚ ਪੈਸਾ ਇਕੱਠਾ ਚਾਹੀਦਾ ਜੀ, ਤਾਂ ਉਹ ਰਾਜਪਾਲ ਇੱਕ ਕਮਿਸ਼ਨ ਗਠਨ ਕਰਦਾ, ਤਾਂ ਉਹ ਫਿਰ ਦੱਸਦਾ ਕਿੱਦਾਂ ਪੈਸਾ ਇਕੱਠਾ ਕਰ ਸਕਦੇ ਹਾਂ ਆਪਾਂ, ਕਿੱਦਾਂ ਵੀ, ਉਹ ਸਾਰੀ ਪਲੈਨਿੰਗ ਵਗੈਰਾ ਹੁੰਦੀ ਮੀਟਿੰਗ 'ਚ। ਅਤੇ 243 ਜਿਹੜਾ ਜੇ ਆ ਜੀ ਪੰਚਾਇਤਾਂ ਦੇ ਲੇਖਿਆਂ ਦਾ ਆਡਿਟ ਕਰਦਾ ਜੀ। ਜਿੱਦਾਂ ਮੰਨ ਲਓ ਕੋਈ ਸਰਕਾਰ ਵੱਲੋਂ ਕੋਈ ਪੰਚਾਇਤਾਂ ਨੂੰ ਮਤਲਬ ਕਿ ਪੈਸਾ ਆਉਂਦਾ ਵਾ, ਉਹ ਕਿੱਥੇ ਲਾਇਆ ਵਾ, ਕਿੱਦਾਂ ਕੀਤਾ, ਸਾਰਾ ਰਿਕਾਰਡ ਦੇਣਾ ਪੈਂਦਾ ਜੀ। ਅਤੇ ਇਸ ਕਰਕੇ ਇਹ ਉਹਦੇ ਬਾਰੇ ਨਾਲ ਸੰਬੰਧਿਤ ਆ ਜੀ। ਆਰਟੀਕਲ 243K ਆ ਜੀ ਪੰਚਾਇਤਾਂ ਦੀ ਚੋਣ ਬਾਰੇ ਦੱਸਦਾ ਜੀ, ਜਿਹੜੀ 5 ਸਾਲ ਬਾਅਦ ਹੁੰਦੀਆਂ ਜੀ। ਆਰਟੀਕਲ ਜਿਹੜਾ 243J ਆ ਜੀ ਸੰਘ ਰਾਜ ਖੇਤਰਾਂ ਨੂੰ ਲਾਗੂ ਕਰਨਾ ਜੀ, ਉਹਦੇ ਬਾਰੇ ਦੱਸਦਾ ਵਾ। ਆਰਟੀਕਲ ਜਿਹੜਾ 243N ਆ ਜੀ ਮੌਜੂਦਾ ਕਾਨੂੰਨਾਂ ਅਤੇ ਪੰਚਾਇਤਾਂ ਦਾ ਬਣਿਆ ਰਹਿਣਾ, ਠੀਕ ਆ ਜੀ। ਆਰਟੀਕਲ 243O ਆ ਜੀ ਚੋਣ ਮਾਮਲਿਆਂ ਵਿੱਚ ਅਦਾਲਤਾਂ ਦੁਆਰਾ ਦਖਲ 'ਤੇ ਰੋਕ। ਅਤੇ ਬਾਕੀ ਅੱਗੇ ਜਿਹੜਾ ਮੈਂ ਆਰਟੀਕਲ ਕੋਈ ਛੱਡ ਦਿੰਦਾ ਜੀ 1-2, ਉਹ ਇੰਪੋਰਟੈਂਟ ਨਹੀਂ, ਇਸ ਕਰਕੇ ਮੈਂ ਛੱਡੇ ਹੋਏ ਆ ਜੀ। ਅਤੇ ਅੱਗੇ ਆ ਜੀ ਨਗਰਪਾਲਿਕਾ ਮਿਊਨਿਸਪੈਲਿਟੀ, ਅਤੇ ਜਿੱਦਾਂ ਮਤਲਬ ਕਿ ਨਗਰਪਾਲਿਕਾ ਪਿੰਡਾਂ ਸ਼ਹਿਰਾਂ ਵਿੱਚ ਜਿਹੜੀ ਹੁੰਦੀਆਂ ਜੀ। ਅਤੇ ਆਰਟੀਕਲ 243P ਤੋਂ ਲੈ ਕੇ ਆਰਟੀਕਲ 243ZG ਤੱਕ ਆ ਜੀ ਇਹਦਾ ਆਰਟੀਕਲ। ਇਹਦਾ ਜਿਹੜਾ ਭਾਗ ਆ ਜੀ 9A ਆ ਜੀ। ਸੰਵਿਧਾਨ ਵਿੱਚ ਇਸ ਨੂੰ ਮਤਲਬ ਕਿ 74ਵੇਂ ਸੋਧ 1992 ਐਕਟ ਰਾਹੀਂ ਜੋੜਿਆ ਗਿਆ ਜੀ, ਜਦੋਂ ਮਤਲਬ ਕਿ ਪਹਿਲਾਂ ਪੰਚਾਇਤ ਨੂੰ ਜੋੜਿਆ ਗਿਆ, ਬਾਅਦ 'ਚ ਇਹਨੂੰ ਜੋੜਿਆ ਗਿਆ ਜੀ। ਅਤੇ ਇਸ ਦੇ ਮਤਲਬ ਕਿ 18 ਕਾਰਜਸ਼ੀਲ ਵਿਸ਼ੇ ਆ ਜੀ ਇਸ ਸੂਚੀ ਵਿੱਚ, ਅਤੇ ਇਸ ਨੂੰ 12ਵੀਂ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ, ਮਤਲਬ ਕਿ ਜਿਹਨੂੰ ਅਨੁਸੂਚੀ ਵੀ ਕਿਹਾ ਜਾਂਦਾ ਜੀ। ਅਤੇ ਲਾਗੂ ਇਸ ਨੂੰ ਕੀਤਾ ਗਿਆ ਜੀ 1 ਜੂਨ 1993 ਨੂੰ, ਠੀਕ ਆ ਜੀ। ਜਿੱਦਾਂ ਆਪਾਂ ਅਪ੍ਰੈਲ ਦੇ ਵਿੱਚ ਪੜ੍ਹਿਆ ਸੀ ਨਾ ਕਿ ਪੰਚਾਇਤ ਨੂੰ ਲਾਗੂ ਕੀਤਾ ਗਿਆ, ਇਸ ਨੂੰ 1 ਜੂਨ 1993 ਨੂੰ ਲਾਗੂ ਕੀਤਾ ਗਿਆ। ਜਿੱਦਾਂ ਪੰਚਾਇਤੀ ਰਾਜ 18 ਸਾਲ ਹੋਣੀ ਚਾਹੀਦੀ ਆ ਜੀ ਮਿਨੀਮਮ ਏਜ, ਇਹਦੇ ਵਿੱਚ 21 ਸਾਲ ਦੀ ਆ, ਠੀਕ ਆ। 3 ਪ੍ਰਕਾਰ ਦੀਆਂ ਨਗਰਪਾਲਿਕਾਵਾਂ ਹੁੰਦੀਆਂ ਜੀ, ਨਗਰ ਪੰਚਾਇਤ, ਨਗਰ ਕੌਂਸਲ, ਨਗਰ ਨਿਗਮ। ਅਤੇ 5 ਸਾਲ ਦਾ ਕਾਰਜਕਾਲ ਹੁੰਦਾ ਜੀ, ਜਿੱਦਾਂ ਪੰਚਾਇਤ ਦਾ ਹੁੰਦਾ ਵਾ। ਅਤੇ ਨਗਰਪਾਲਿਕਾ ਦੀਆਂ ਸਾਰੀਆਂ ਸੀਟਾਂ ਵਿੱਚ ਸਿੱਧੀ ਚੋਣ ਦੁਆਰਾ ਭਰੀਆਂ ਜਾਂਦੀਆਂ ਜੀ, ਅਤੇ ਇਹਨਾਂ ਦੀਆਂ ਵੋਟਾਂ ਵਗੈਰਾ ਹੁੰਦੀਆਂ ਜੀ। 1/3 ਰਾਖਵਾਂਕਰਨ ਹੁੰਦਾ, ਇਹਦੇ ਬਾਰੇ ਮੈਂ ਦੱਸ ਚੁੱਕਿਆ ਜੀ। ਅਤੇ ਪਹਿਲੀ ਨਗਰਪਾਲਿਕਾ ਭਾਰਤ ਵਿੱਚ ਆ ਜੀ 1687 ਵਿੱਚ ਬਣੀ ਆ ਜੀ ਮਦਰਾਸ ਦੇ ਵਿੱਚ,
ਤੇ ਇਹਦਾ ਫਾਦਰ ਜਿਹਨੂੰ ਕਿਹਾ ਜਾਂਦਾ ਜੀ ਲਾਰਡ ਰਿਪਨ ਨੂੰ ਕਿਹਾ ਜਾਂਦਾ, ਉਹਨਾਂ ਨੇ इसकी मतलब कि शुरुआत की सी योजना की, मतलब कि जिन्होंने लागू किया कि नगर पालिका का सिस्टम होना चाहिए। ये 1687 में होया सी कि भारत आज़ाद होने तो पहला ही इसका सिस्टम चलता पाया सी, पर जो संविधानक दर्जा दिता गया सी 1992 में दिता गया जी 74वें सोध राहीं। ये गल याद रखना। हुण आप आर्टिकल पढ़ते हैं जी। आर्टिकल 243 पी दसदा कि नगर पालिका की परिभाषा दसदा जी। आर्टिकल 243 क्यू दसदा कि नगर पालिका का गठन। आर्टिकल 243 आर दसदा नगर पालिका की रचना। आर्टिकल 243 एस दसदा कि वार्ड कमेटियां आदि का गठन और रचना। आर्टिकल 243 टी दसदा जी सीटां का राखवांकरण नगर पालिका दियां। क्योंकि जिद्दां भी कोई चीज़ दसी गई है जी उद्दां तुसीं याद रखना, क्योंकि तुहानूं पेपर दे विच ज़्यादा नहीं डीपली दस्सिया जाऊगा कि इनूं इदां कहंदे आ जी, क्योंकि तुहानूं सीधी मेन ही लाइन दसी जानी है तो उहदा आर्टिकल पुछया जाना वा। इस करके तुहानूं पता होनी चाहिए की गल कहनी है, क्योंकि तुहानूं भी पता कि पेपर दे विच जां कोई भी पेपर ला लो जां कोई तुहानूं कंप्यूटर दे एग्जाम हो रहा तुहानूं ज़्यादा लाइनां नहीं लिखियां आ रही होंदियां, तुहानूं शॉर्ट फॉर्म च दस्सिया जाऊगा। इस करके मैं शॉर्ट फॉर्म दे विच ही उन्हां लिखिया होया वा कि जिहड़ा तुहानूं पेपर दे विच आवे उद्दां तुसीं याद कीता होवे। बाकी अपने नोट्स बनाते रहो जी। मैं आई बटन ते अपनी जिहड़ियां भी सारी प्ले लिस्ट आ जी उहदा मैं लिंक दे दूँगा, तुसीं सारे ही वीडियो देखो जी ते अपनी तैयारी करते रहो जी। तो हुण दसो हैगा जी 43 जू नगर पालिका की मियाद दसदे जी 5 साल है। तुहानूं इहदे बारे दस चुकिया जी मैं। आर्टिकल 243 20 आ जी मैंबरां की नाकाबलियत कि किहड़े चीज़ां नहीं होनी चाहिए मैंबरां दे विच। आर्टिकल 243 डबल्यू दसदा कि नगर पालिका की शक्तियां ते अथॉरिटी। आर्टिकल 243 एक्स दसदा कर लैन की शक्ति है तो उन्होंने फंड मतलब कि कुछ चीज़ों के कर लगा सकती है नगर पालिका, जिदा मान लो कोई रेहड़ी वालों टैक्स ला दे, कोई इदा बिजली का, ठीक है जी, झुंगी वगैरह कह सकते हैं जिदा। तो अगे आ जी 243 हैगा जी जैड नगर पालिका के लेखां का ऑडिट। तो जोड़ा आर्टिकल 243 आ जी वित्त कमीशन जोड़ा राज्यपाल वालों किया जाता जी गठित। तो आर्टिकल 243 जैड ए आ जी नगर पालिका की चोण। आर्टिकल 243 जैड डी दसदा जी जिला योजना की कमेटी। आर्टिकल 243 जैड ई दसदा जी महानगर योजना लई कमेटी। आर्टिकल 243 जैड एफ मौजूदा कानूनां ਅਤੇ महानगरां ਦਾ ਬਣਿਆ ਰਹਿਣਾ। आर्टिकल 243 जैड जी दसदा ਜੋੜ ਮਾਮਲਿਆਂ ਵਿੱਚ ਅਦਾਲਤਾਂ ਦੇ ਦਖਲ ਤੋਂ ਵਰਜਣਾ। ठीक है जी, ਜਿਹੜੀਆਂ ਮੈਂ ਲਾਈਨਾਂ ਮੈਂ ਦੱਸੀਆਂ ਹੋਈਆਂ ਜੀ ਸੰਵਿਧਾਨ ਦੇ ਅਕੋਰਡਿੰਗ ਜਿੱਦਾਂ ਜਿੱਦਾਂ ਲਿਖਿਆ ਗਿਆ ਸੀ ਜਿਹਦਾ ਦਾ ਮੀਨਿੰਗ ਆ ਜੀ ਉੱਦਾਂ ਵਾ, ਕਿਉਂਕਿ ਚੀਜ਼ਾਂ ਕੋਈ ਵੀ ਕਿਸੇ ਨਾਲ ਮੈਚ ਨਹੀਂ ਹੁੰਦੀਆਂ। ਇਸ ਕਰਕੇ ਤੁਸੀਂ ਆਰਾਮ ਨਾਲ ਕੋਈ ਹਿੰਟ ਲੈ ਕੇ ਟ੍ਰਿਕ ਬੇਸ 'ਤੇ ਆਪਣੇ ਤੁਸੀਂ ਤਿਆਰੀ ਕਰ ਸਕਦੇ ਹੋ। ਬਾਕੀ ਜਿਹੜੀ ਵੀ ਇਨਫੋਰਮੇਸ਼ਨ ਦੱਸੀ ਗਈ ਆ ਜੀ ਪੂਰੀ ਡੀਪਲੀ ਦੱਸੀ ਗਈ ਆ। ਇਹਦੇ ਵਿੱਚ ਤੁਹਾਨੂੰ ਕੋਈ ਐਗਜ਼ਾਮ ਦਾ ਕੋਈ ਕੁਐਸਚਨ ਆਊਗਾ, ਇਸ ਤੋਂ ਬਾਹਰ ਕਦੇ ਵੀ ਨਹੀਂ ਕੋਈ ਚੀਜ਼ ਆਊਗੀ। ਇਸ ਕਰਕੇ ਤੁਸੀਂ ਆਪਣੀ ਤਿਆਰੀ ਕਰਦੇ ਰਹੋ ਜੀ। ਅਤੇ ਬਾਕੀ ਬੈਸਟ ਆਫ ਲੱਕ ਜੀ। ਜੋ ਕੋਈ ਵੀ ਐਗਜ਼ਾਮ ਤੁਹਾਡਾ ਆਵੇ ਜੀ ਕਲੀਅਰ ਹੋ ਜਾਵੇ। ਵਾਹਿਗੁਰੂ ਮਿਹਰ ਕਰਨ।